ਉਹੀ ਜੇਕਰ ਅਜਿਹਾ ਹੋਇਆ ਤਾਂ ਨਿਜਤਾ ਤੇ ਵੱਡਾ ਹਮਲਾ ਹੈ। ਕੀ ਚਾਹੁੰਦੀ ਹੈ ਸਰਕਾਰ ਕਿ ਬੋਲਣ ਦਾ ਅਧਿਕਾਰ ਵੀ ਖੋਹ ਲਿਆ ਜਾਵੇ? ਇਹ ਜਿਹੜੀ ਮਸ਼ੀਨ ਆ 300 ਫੋਨ ਟੈਪ ਕਰਦੀ ਹੈ, ਕਹਿੰਦੇ 50 ਕਰੋੜ ਰੁਪਏ ਦੀ ਇੱਕਾ, ਕਰੋੜਾਂ ਰੁਪਏ ਲੋਕਾਂ ਦਾ ਪੈਸਾ ਮੋਦੀ ਕੋਈ ਜੇਬ 'ਚ ਥੋੜੀ ਖਰਚ ਕਰ ਰਹੇ ਨੇ ਤੇ ਦੇਸ਼ ਦੇ ਲੋਕਾਂ ਦੀ ਤੁਸੀਂ ਜਸੂਸੀ ਕਰਾ ਰਹੇ ਹੋ। ਇਹ ਕਿਹੜੀ ਨੈਸ਼ਨਲ ਸਿਕਿਉਰਿਟੀ ਦਾ ਮਾਮਲਾ? ਨਿਜਤਾ ਦੇ ਉੱਤੇ ਇੱਕ ਵੱਡਾ ਹਮਲਾ ਹੈ। ਦੁਨੀਆ ਭਰ 'ਚ ਕੀ ਹੋਇਆ ਜਿੱਥੇ ਇੱਥੇ ਤਾਨਾਸ਼ਾਹੀ ਆਈ? ਜਰਮਨੀ 'ਚ ਕੀ ਹੋਇਆ ਜਦੋਂ ਹਿਟਲਰ ਆਏ? ਜਦੋਂ ਇਟਲੀ ਦੇ ਅੰਦਰ ਮੌਸੋਲਿਨੀ ਆਇਆ ਕੀ ਹੋਇਆ? ਦੁਨੀਆ ਦਾ ਘਾਣ ਹੋਇਆ, ਵੱਡੇ ਕਤਲੇਆਮ ਹੋਏ, ਲੋਕਾਂ ਨੂੰ ਚੈਂਬਰਾਂ 'ਚ ਪਾ ਕੇ, ਗੈਸ ਚੈਂਬਰਾਂ 'ਚ ਪਾ ਕੇ ਸਾੜ ਦਿੱਤਾ ਗਿਆ। ਉਹੀ ਜੇਕਰ ਅਜਿਹਾ ਹੋਇਆ ਤਾਂ ਨਿਜਤਾ ਤੇ ਵੱਡਾ ਹਮਲਾ ਹੈ। ਕੀ ਚਾਹੁੰਦੀ ਹੈ ਸਰਕਾਰ ਕਿ ਬੋਲਣ ਦਾ ਅਧਿਕਾਰ ਵੀ ਖੋਹ ਲਿਆ ਜਾਵੇ? ਦੇਖੋ, ਬੋਲਣ ਦੇ ਅਧਿਕਾਰ ਨੂੰ ਇੱਕ ਤਾਂ ਜਨਰਲੀ ਉਹਨਾਂ ਤੇ ਇਲਜ਼ਾਮ ਲੱਗਦੇ ਰਹੇ ਆ, ਜਿੰਨੇ ਅੰਦੋਲਨ ਹੋਏ, ਚਾਹੇ ਉਹ ਸੀਏ NRC ਦਾ ਸੀਗਾ, ਚਾਹੇ ਉਹ ਕੋਈ ਹੋਰ ਅੰਦੋਲਨ ਸੀ, ਉਹਨਾਂ 'ਚ ਇਲਜ਼ਾਮ ਇਹ ਲੱਗਦਾ ਰਿਹਾ। ਦੇਸ਼ ਦੇ ਅੰਦਰ ਬਹੁਤ ਵੱਡੇ ਪੱਧਰ ਤੇ ਮੌਬ ਲਿੰਚਿੰਗ ਕਲਚਰ ਜਦੋਂ ਪੈਦਾ ਹੋਇਆ, ਉਹਦੇ ਤੇ ਵਿਰੋਧ ਕਰਨ ਵਾਲਿਆਂ ਨੂੰ ਟਾਰਗੇਟ ਕੀਤਾ ਗਿਆ, ਟਰੋਲ ਕੀਤਾ ਗਿਆ। ਇੱਕ ਤਾਂ ਤੁਸੀਂ ਡਾਇਰੈਕਟ ਤਰੀਕੇ ਨਾਲ ਕਰ ਰਹੇ ਹੋ, ਇੱਕ ਇਨਡਾਇਰੈਕਟ ਤਰੀਕੇ ਦੇ ਨਾਲ। ਇਹ ਜਿਹੜੀ ਮਸ਼ੀਨ ਆ 300 ਫੋਨ ਟੈਪ ਕਰਦੀ ਹੈ, ਕਹਿੰਦੇ 50 ਕਰੋੜ ਰੁਪਏ ਦੀ ਇੱਕਾ, 300 ਬੰਦਿਆਂ ਦੇ ਹੋ ਰਹੇ ਸੀਗੇ ਇਹਨਾਂ ਦੇ ਮੁਤਾਬਕ, 300 ਬੰਦਿਆਂ ਦੇ ਇੱਕ ਟਾਈਮ। ਤੇ ਇਹਦਾ ਮਤਲਬ ਤੁਸੀਂ ਕਿੰਨੇ ਵੱਡੇ ਪੱਧਰ ਦੇ ਉੱਤੇ 300 ਕਰੋੜ ਰੁਪਇਆ ਲਗਭਗ ਤੁਸੀਂ ਖਰਚ ਕਰ ਰਹੇ ਹੋ। 50 ਕਰੋੜ ਦੀ ਇੱਕਾ, 200 ਕਰੋੜ ਦੀਆਂ ਹੋ ਗਈਆਂ। ਤੇ ਤੁਸੀਂ ਦੇਖੋ ਕਿਸ ਤਰੀਕੇ ਦੇ ਨਾਲ 6 ਮਸ਼ੀਨਾਂ ਨੇ ਜਿਹੜੀਆਂ ਜੋ 300 ਦੇ ਟਾਈਪ ਕਰ ਰਹੀਆਂ ਨੇ, ਤਾਂ ਕਿੰਨੀ ਵੱਡੀ ਰਕਮ ਬਣ ਗਈ। ਕਰੋੜਾਂ ਰੁਪਇਆ ਕਿਹਦਾ ਪੈਸਾ? ਉਹ ਸਿਰਫ ਤੁਸੀਂ ਆਪਣੀ ਸੱਤਾ ਨੂੰ ਬਚਾਉਣ ਲਈ ਉਹਨਾਂ ਤੋਂ ਮਸ਼ੀਨ ਲੈ ਕੇ ਜਾਂ ਉਹਨਾਂ ਨੂੰ ਇਹ ਠੇਕਾ ਦੇ ਕੇ ਕਿ ਤੁਸੀਂ ਜਸੂਸੀ ਕਰੋ। ਕਰੋੜਾਂ ਰੁਪਏ ਲੋਕਾਂ ਦਾ ਪੈਸਾ ਮੋਦੀ ਕੋਈ ਜੇਬ 'ਚ ਥੋੜੀ ਖਰਚ ਕਰ ਰਹੇ ਨੇ। ਔਰ ਉਹ ਕੰਪਨੀਆਂ ਕਹਿੰਦੀਆਂ ਨੇ ਕਿ ਅਸੀਂ ਤਾਂ ਜੀ ਨੈਸ਼ਨਲ ਸਿਕਿਉਰਿਟੀ ਦੇ ਨਾਂ ਦੇ ਉੱਤੇ ਕਰਦੇ ਹਾਂ। ਜਦੋਂ ਕਿਸੇ ਦੇਸ਼ ਦੀ ਸੁਰੱਖਿਆ ਦਾ ਮਾਮਲਾ ਹੋਵੇ, ਯਾਨੀ ਦੇਸ਼ ਦੇ ਹਿੱਤ ਦਾ ਮਾਮਲਾ ਹੋਵੇ, ਉਹਦੀ ਅਸੀਂ ਕਰਵਾਉਂਦੇ ਹਾਂ। ਪਰ ਕੀ ਹੁਣ ਆਮ ਪੱਤਰਕਾਰਾਂ ਦੀ ਜਸੂਸੀ ਕਰਨਾ, ਜੱਜਾਂ ਦੀ ਕਰਨਾ, ਇਹ ਕੋਈ ਇਹ ਦੇਸ਼ ਨੂੰ ਪਿਆਰ ਕਰਨ ਵਾਲੇ ਲੋਕ ਨਹੀਂ, ਦੇਸ਼ ਦੇ ਲੋਕ ਨੇ ਇਹ। ਤੇ ਦੇਸ਼ ਦੇ ਲੋਕਾਂ ਦੀ ਤੁਸੀਂ ਜਸੂਸੀ ਕਰਾ ਰਹੇ ਹੋ, ਇਹ ਕਿਹੜੀ ਨੈਸ਼ਨਲ ਸਿਕਿਉਰਿਟੀ ਦਾ ਮਾਮਲਾ? ਇਸ ਕਰਕੇ ਇਹ ਜਿਹੜੀਆਂ ਗੱਲਾਂ ਨੇ ਉਹ ਨਿਕਲ ਕੇ ਸਾਹਮਣੇ ਆ ਰਹੀਆਂ ਨੇ। ਔਰ ਨਿਜਤਾ ਦੇ ਉੱਤੇ ਇੱਕ ਵੱਡਾ ਹਮਲਾ ਹੈ। ਸਾਡਾ ਕਨਸਟੀਟਿਊਸ਼ਨ ਆ, ਜਿਹੜਾ ਸਾਡਾ ਸੰਵਿਧਾਨ ਆ, ਉਹ ਜਿਹੜੀਆਂ ਗੱਲਾਂ ਨੂੰ ਡਿਫਾਈਨ ਕਰਦਾ, ਜਿਨ੍ਹਾਂ ਦੀ ਵਿਆਖਿਆ ਕਰਦਾ, ਉਹਦੇ ਉਲਟਾ ਇਹ। ਤੁਸੀਂ ਚੋਣਾਂ ਜਿੱਤਣ ਦੇ ਲਈ, ਆਪਣਾ ਰਾਜ ਕਾਇਮ ਰੱਖਣ ਦੇ ਲਈ, ਆਪਣੇ ਵਿਰੋਧੀਆਂ ਨੂੰ ਚਾਰੇਖਾਨੇ ਚਿੱਤ ਕਰਨ ਦੇ ਲਈ, ਕਿਸੇ ਨੂੰ ਨਾ ਬੋਲਣ ਦੇਣ ਦੇ ਲਈ, ਸਭ ਨੂੰ ਖਤਮ ਕਰਨ ਦੇ ਲਈ, ਇੱਕ ਡਿਕਟੇਟਰਸ਼ਿਪ ਵੱਲ ਨੂੰ ਦੇਸ਼ ਨੂੰ ਵਧਾਉਣ ਦੇ ਲਈ ਤਾਨਾਸ਼ਾਹੀ ਰਵੱਈਆ ਹੋਊਗਾ ਨਾ। ਜਦੋਂ ਆਪੋਜੀਸ਼ਨ ਨਹੀਂ ਬਚੇਗੀ, ਮੀਡੀਆ ਨਹੀਂ ਬਚੇਗਾ, ਜੁਡੀਸ਼ਰੀ ਨਹੀਂ ਬਚੇਗੀ, ਕੀ ਬਚੇਗੀ ਫਿਰ? ਤਾਨਾਸ਼ਾਹੀ। ਤਾਂ ਜਦੋਂ ਤਾਨਾਸ਼ਾਹੀ ਹੋਏਗੀ ਫਿਰ ਕੀ ਹੋਏਗਾ? ਦੁਨੀਆ ਭਰ 'ਚ ਕੀ ਹੋਇਆ ਜਿੱਥੇ ਇੱਥੇ ਤਾਨਾਸ਼ਾਹੀ ਆਈ? ਜਰਮਨੀ 'ਚ ਕੀ ਹੋਇਆ ਜਦੋਂ ਹਿਟਲਰ ਆਏ? ਜਦੋਂ ਇਟਲੀ ਦੇ ਅੰਦਰ ਮੌਸੋਲਿਨੀ ਆਇਆ ਕੀ ਹੋਇਆ? ਦੁਨੀਆ ਦਾ ਘਾਣ ਹੋਇਆ, ਵੱਡੇ ਕਤਲੇਆਮ ਹੋਏ, ਲੋਕਾਂ ਨੂੰ ਚੈਂਬਰਾਂ 'ਚ ਪਾ ਕੇ, ਗੈਸ ਚੈਂਬਰਾਂ 'ਚ ਪਾ ਕੇ ਸਾੜ ਦਿੱਤਾ ਗਿਆ। ਇਹੀ ਕੁਝ ਹੁੰਦਾ ਨਾ ਜਦੋਂ ਤੁਸੀਂ ਸਾਰੇ ਇੰਸਟੀਟਿਊਸ਼ਨ ਖਤਮ ਕਰ ਦਿੰਦੇ ਹੋ। ਇੰਸਟੀਟਿਊਸ਼ਨਾਂ ਦਾ ਬਚਣਾ ਲੋਕਤੰਤਰ ਦਾ ਬਚਣਾ ਹੁੰਦਾ। ਇੰਸਟੀਟਿਊਸ਼ਨਾਂ ਦੇ ਵਿੱਚ ਬੋਲਣ ਵਾਲੇ ਲੋਕਾਂ ਦਾ ਬਚਣਾ, ਮੀਡੀਆ ਆਵਾਜ਼ ਹੁੰਦਾ ਲੋਕਾਂ ਦੀ, ਜੁਡੀਸ਼ਰੀ ਲੋਕਾਂ ਦੀ ਰੱਖਿਆ ਕਰਦੀ ਹੈ, ਕਾਰਜਪਾਲਿਕਾ ਲੋਕਾਂ ਦੀ ਰੱਖਿਆ ਕਰਨ ਨੂੰ ਆ। ਜੇ ਤੁਸੀਂ ਇਹੀ ਕਹੋ ਕਿ ਸਭ ਕੁਝ ਸਾਡੇ ਮੁਤਾਬਕ ਹੋ ਜੇ, ਕੀ ਉਹਦਾ ਮਤਲਬ? ਕਿ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਸਰਕਾਰ ਨਹੀਂ ਆ, ਕੋਈ ਕਨਸਟੀਟਿਊਸ਼ਨ ਕੋਈ ਨਹੀਂ ਆ, BJP ਹੈ ਤੇ ਮੋਦੀ ਨੇ, ਮੋਦੀ ਜੋ ਚਾਹਣਗੇ ਕਰਨਗੇ। ਪਰ ਦੇਸ਼ ਐ ਨਹੀਂ ਚੱਲਦਾ ਹੁੰਦਾ, ਦੇਸ਼ ਐ ਨਹੀਂ ਚੱਲਦੇ। ਉਹ ਤੁਹਾਡਾ ਹੱਕ ਆ ਕਿ ਤੁਸੀਂ ਵਿਰੋਧੀ ਧਿਰ ਦੇ ਨਾਲ ਪੂਰਾ ਲੜੋ, ਖੈਬੜੋ, ਭਿੜੋ। ਇਹ ਤਾਂ ਕੰਮ ਆ, ਲੋਕਤੰਤਰ ਦੇ ਅੰਦਰ ਹੁੰਦਾ ਹੈਗਾ। ਸਾਰੀ ਦੁਨੀਆ ਦੇ ਲੋਕਤੰਤਰ 'ਚ ਵਿਰੋਧੀ ਪਾਰਟੀਆਂ ਇੱਕ ਦੂਜੇ ਦੇ, ਚਾਹੇ ਤੁਸੀਂ ਅਮਰੀਕਾ ਚਲੇ ਜਾਓ, ਡੈਮੋਕ੍ਰੇਟਿਕ ਤੇ ਰਿਪਬਲਿਕਨ ਦੇਖ ਲਓ, ਹੋਰਾਂ ਥਾਵਾਂ 'ਤੇ ਲਿਬਰਲ ਦੇਖ ਲਓ, ਰਾਈਟ ਵਿੰਗ ਦੇਖ ਲਓ, ਸਾਰੀਆਂ ਥਾਵਾਂ ਦੇ ਉੱਤੇ ਆਪਣੇ ਆਪਣੇ ਤਰੀਕੇ ਨਾਲ ਚੱਲਦਾ ਹੈਗਾ। ਭਾਰਤ 'ਚ ਵੀ ਚੱਲਣਾ ਚਾਹੀਦਾ ਔਰ ਚੱਲਦਾ ਵੀ ਹੈਗਾ। ਉਹ ਇੱਕ ਵੱਖਰੀ ਗੱਲ ਆ, ਉਹ ਲੜਾਈ ਲੜਨੀ ਚਾਹੀਦੀ ਹੈ ਸਾਰੀਆਂ ਪਾਰਟੀਆਂ ਨੂੰ, ਪਰ ਉਹ ਇਕੁਅਲ ਗਰਾਊਂਡ ਦੇ ਉੱਤੇ ਹੁੰਦੀ ਹੈ। ਇਹ ਨਹੀਂ ਗਾ ਕਿ ਤੁਸੀਂ ਕਿਸੇ ਦੇ, ਕੋਈ ਬੰਦਾ ਆਪਦੀ ਪਾਰਟੀ ਦੀ ਰਣਨੀਤੀ ਬਣਾ ਰਿਹਾ, ਕੋਈ ਮੀਡੀਆ 'ਚ ਖਬਰ ਕਰਨ ਜਾ ਰਿਹਾ। ਖਬਰ ਕਰਨ ਦਾ ਮਤਲਬ ਦੇਸ਼ ਖਿਲਾਫ ਥੋੜ੍ਹੀ ਕਰ ਰਿਹਾ ਹੋ। ਜੇ ਅਸੀਂ ਕੋਈ ਪੰਜਾਬ ਦੇ ਉੱਤੇ ਮੰਨ ਲਓ ਖਬਰ ਕਰਦੇ ਹਾਂ, ਕੈਪਟਨ ਸਰਕਾਰ 'ਤੇ ਕਰਦੇ ਹਾਂ ਜਾਂ ਕਿਸੇ ਪਾਰਟੀ 'ਤੇ ਕਰਦੇ ਹਾਂ, ਉਹ ਸਰਕਾਰ ਖਿਲਾਫ ਆ, ਪੰਜਾਬ ਖਿਲਾਫ ਥੋੜ੍ਹੀ ਹੈ। ਦੇਸ਼ ਦੇ ਵਿੱਚ ਜਿਹੜੀ ਖਬਰ ਕੋਈ ਪੱਤਰਕਾਰ ਕਰ ਰਿਹਾ ਉਹ ਮੋਦੀ ਸਰਕਾਰ ਖਿਲਾਫ ਹੋ ਸਕਦੀ ਹੈ, ਦੇਸ਼ ਖਿਲਾਫ ਥੋੜ੍ਹੀ ਹੈ। ਸਰਕਾਰ ਬਾਰੇ ਬੋਲਣਾ, ਲੀਡਰਾਂ ਬਾਰੇ ਬੋਲਣਾ, ਦੇਸ਼ ਖਿਲਾਫ ਬੋਲਣਾ ਨਹੀਂ ਹੁੰਦਾ। ਤੇ ਇਹਨਾਂ ਨੂੰ ਇਸੇ ਗੱਲ ਤੋਂ ਦੁੱਖ ਹੈ। ਇਸੇ ਕਰਕੇ ਤੁਸੀਂ ਦੇਖੋ ਜੁਡੀਸ਼ਰੀ ਤੋਂ ਲੈ ਕੇ ਪੱਤਰਕਾਰ ਤੱਕ ਇਸ ਲਿਸਟ ਦੇ ਅੰਦਰ ਨੇ ਕਿ ਉਹਨਾਂ ਦੀ ਜਸੂਸੀ ਕਰਵਾਈ ਜਾ ਰਹੀ ਹੈ। ਤੇ ਸ਼ਰਮਨਾਕ ਗੱਲ ਹੈ ਕਿ ਨਿਜਤਾ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਜੀ। ਤੇ BJP ਦਾ ਏਜੰਡਾ ਕੀ ਹੈ? ਜਿਹੜੀ ਕੌਮਾਂਤਰੀ ਸੁਰੱਖਿਆ ਉਹਨੂੰ ਵੀ ਢਾਲ ਲੱਗਦੀ ਹੈ। ਆਖਿਰ ਏਜੰਡਾ ਅਜਿਹਾ ਕਿਉਂ ਅਪਣਾਇਆ ਜਾ ਰਿਹਾ ਸਰਕਾਰ ਦੇ ਵੱਲੋਂ? ਦੇਖੋ, BJP ਸ਼ੁਰੂ ਤੋਂ ਹੀ ਤੁਸੀਂ ਦੇਖੋਗੇ, ਅਸਲ 'ਚ BJP ਨਹੀਂ, ਹੁਣ ਮੋਦੀ ਤੇ ਅਮਿਤ ਸ਼ਾਹ ਨੇ। ਮੋਦੀ ਤੇ ਅਮਿਤ ਸ਼ਾਹ ਆਪਣੀ ਹੀ ਪਾਰਟੀ ਦੇ, ਤੁਹਾਨੂੰ ਪਤਾ ਆਪਣੀ ਪਾਰਟੀ ਦੇ ਉਮਾ ਭਾਰਤੀ ਦੇ ਨੇੜੇ ਸੀ, ਉਹਨਾਂ ਦੇ
ਜਿਹੜੇ ਜਿਹੜੇ ਆਪਣੀ ਹੀ ਪਾਰਟੀ 'ਚ ਮੰਤਰੀ ਸੀ ਉਹਨਾਂ ਦੀ ਵੀ ਹੋਈ ਆ, ਜਿਹੜੇ ਇਸ ਟਾਈਮ ਮੰਤਰੀ ਨੇ ਯਾਨੀ ਉਹਨਾਂ ਦੀ ਪਹਿਲਾਂ ਹੋ ਰਹੀ ਸੀ, ਜਿਹੜਾ ਉਹਨਾਂ ਨੂੰ ਕੋਈ ਦੁਖਦਾ ਉਹ ਸਭ ਦੀ ਜਾਸੂਸੀ ਕਰਵਾਈ ਗਈ ਹੈ। ਬੀਜੇਪੀ ਦੇ ਨੇੜਲੇ ਬਹੁਤ ਸਾਰੇ ਲੋਕਾਂ ਦੀ ਕਰਵਾਈ ਗਈ ਹੈ, ਤਾਂ ਜੇ ਲਿਸਟ ਆ ਗਈ ਹੋਰ ਪਤਾ ਨਹੀਂ ਕਿਹਦੀ ਕਰਵਾਈ ਗਈ ਹੋਏਗੀ। ਤੇ ਇਸ ਕਰਕੇ ਇਹ ਗੱਲ ਹੁੰਦੀ ਹੈ ਕਿ ਜਦੋਂ ਪਾਰਟੀ 'ਚੋਂ ਲੋਕਤੰਤਰ ਖਤਮ ਹੋ ਜਾਂਦਾ, ਦੇਸ਼ 'ਚੋਂ ਲੋਕਤੰਤਰ ਖਤਮ ਹੁੰਦਾ। ਯਾਨੀ ਮੋਦੀ ਤੇ ਅਮਿਤ ਸ਼ਾਹ ਨੂੰ ਜੋ ਲੱਗਦਾ ਉਹਦੇ ਹਿਸਾਬ ਨਾਲ ਚੀਜ਼ਾਂ ਕਰ ਰਹੇ ਨੇ, ਤੇ ਉਹ ਉਸੇ ਹਿਸਾਬ ਦੇ ਨਾਲ ਜਿਹੜੇ ਤੁਹਾਡੇ ਵਿਰੋਧੀ ਨੇ, ਵਿਰੋਧ ਤਾਂ ਲੋਕਤੰਤਰ 'ਚ ਹੁੰਦਾ ਹੀ ਹੈਗਾ, ਵਿਰੋਧ ਰਹਿਣਾ ਵੀ ਚਾਹੀਦਾ, ਮਤਭੇਦ ਹੁੰਦੇ ਹੈਗੇ, ਪਰ ਮਤਭੇਦ ਵਾਲਿਆਂ ਦੀ ਤੁਸੀਂ ਜਾਸੂਸੀ ਕਰਵਾਉਣੀ ਸ਼ੁਰੂ ਕਰ ਦੋਗੇ ਤਾਂ ਸ਼ਰਮਨਾਕ ਗੱਲ ਹੈ। ਇਸ ਕਰਕੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੋਣੀ ਚਾਹੀਦੀ। ਪਰ ਇਹ ਸਭ ਤੋਂ ਵੱਡੀ ਗੱਲ ਜ਼ਰੂਰ ਹੈ ਕਿ ਕਿਸੇ ਵੀ ਤਰੀਕੇ ਦੇ ਨਾਲ ਇਹ ਮਸਲੇ ਦੇ ਉੱਤੇ ਇੱਕ ਖੁੱਲ੍ਹੀ ਬਹਿਸ ਹੋਣੀ ਚਾਹੀਦੀ ਹੈ ਪਾਰਲੀਮੈਂਟ ਦੇ ਅੰਦਰ। ਰਾਜ ਸਭਾ 'ਚ ਬਹਿਸ ਹੋਵੇ, ਵਿਧਾਨ ਸਭਾ 'ਚ ਬਹਿਸਾਂ ਹੋਣ, ਲੋਕ ਸਭਾ 'ਚ ਹੋਵੇ, ਇਹਨਾਂ ਮਸਲਿਆਂ ਦੇ ਉੱਤੇ। ਇਹ ਨਹੀਂਗਾ ਕਿ ਰੌਲੇ ਗੌਲੇ 'ਚ ਬਹੁਤ ਵੱਡਾ ਮਸਲਾ ਹੈ, ਸੀਰੀਅਸ ਮਸਲਾ, ਇਹ 'ਚ ਦੇਸ਼ ਭਰ ਦੇ ਅੰਦਰ ਵੀ ਚਰਚਾ ਹੋਣੀ ਚਾਹੀਦੀ ਹੈ। ਸਿਵਲ ਸੁਸਾਇਟੀ ਨੂੰ ਅੱਗੇ ਆਉਣਾ ਚਾਹੀਦਾ, ਵਿਦਵਾਨਾਂ ਨੂੰ ਅੱਗੇ ਆਉਣਾ ਚਾਹੀਦਾ। ਜਿਵੇਂ ਬਾਕੀ ਮਸਲਿਆਂ 'ਤੇ ਅੰਦੋਲਨ ਹੁੰਦੇ ਨੇ, ਇਸ ਮਸਲੇ 'ਤੇ ਵੀ ਅੰਦੋਲਨ ਹੋਣਾ ਚਾਹੀਦਾ। ਨਹੀਂ ਤਾਂ ਫਿਰ ਕਿਸੇ ਦੀ ਕੀ ਬਚੇਗਾ, ਮਤਲਬ ਫਿਰ ਤਾਂ ਤੁਸੀਂ ਮੁਲਕ ਨੂੰ ਖਤਮ ਕਰਨ ਦੇ ਉੱਤੇ ਤੁਲੇ ਹੋ। ਤੁਹਾਡੇ ਮਤਭੇਦ ਰਹਿ ਸਕਦੇ ਨੇ, ਵਿਰੋਧ ਹੋ ਸਕਦੇ ਨੇ, ਪਰ ਜਿਸ ਹੱਦ ਤੱਕ ਇਹ ਚੀਜ਼ਾਂ ਜਾ ਰਹੀਆਂ ਨੇ ਗਲਤ ਆ। ਵਿਦਨ ਬੀਜੇਪੀ ਵੀ, ਮੈਂ ਤਾਂ ਕਹੂੰਗਾ ਕਿ ਵਿਦਨ ਬੀਜੇਪੀ ਵੀ ਇਹ ਗੱਲ ਚੱਲਣੀ ਚਾਹੀਦੀ ਹੈ। ਇਹ ਗੱਲਾਂ ਦੇ ਬਾਰੇ ਸੋਚਣਾ ਚਾਹੀਦਾ ਗਾ ਕਿ ਅੱਜ ਉਹਨਾਂ ਦੀ ਹੋ ਰਹੀ ਹੈ, ਕੱਲ੍ਹ ਨੂੰ ਤੁਹਾਡੀ ਹੋਣ ਲੱਗ ਜਾਏਗੀ। ਇੱਕ ਥਾਂ ਤੇ ਥੋੜ੍ਹੀ ਗੱਲ ਖੜਨੀ ਹੁੰਦੀ ਆ। ਤਾਂ ਬੀਜੇਪੀ ਦੇ ਵਿੱਚੋਂ ਵੀ ਜਿਹੜੇ ਫਿਰ ਮੋਦੀ ਨੂੰ ਪਸੰਦ ਨਹੀਂ ਹੋਣਗੇ, ਜਾਂ ਆਰਐਸਐਸ 'ਚੋਂ ਵੀ, ਉਹਨਾਂ ਨੂੰ ਵੀ ਟਾਰਗੇਟ ਕੀਤਾ ਜਾਏਗਾ। ਇਸ ਕਰਕੇ ਮਤਭੇਦ ਹੋਣਾ ਹੋਰ ਗੱਲ ਹੈ, ਇਸ ਹੱਦ ਤੱਕ ਜਾਣਾ ਇਹ ਦੇਸ਼ ਦੀ ਦੁਨੀਆ 'ਚ ਵੀ ਬਦਨਾਮੀ ਕਰਾਉਂਦੀ ਹੈ। ਇੰਟਰਨੈਸ਼ਨਲੀ ਇਸ ਗੱਲ 'ਚ ਬਦਨਾਮੀ ਹੋਈ ਹੈ ਭਾਰਤ ਦੀ। ਬਿਹਤਰ ਮੁਲਕ ਉਹ ਹੁੰਦੇ ਨੇ ਜਿੱਥੇ ਹਰ ਆਵਾਜ਼ ਜਿਉਂਦੀ ਰਹਿੰਦੀ ਹੈ, ਜਿੱਥੇ ਹਰ ਆਵਾਜ਼ ਆਪਣੀ ਗੱਲ ਕਰ ਸਕਦੀ ਹੈ। ਮਤਭੇਦ ਹੁੰਦੇ ਨੇ, ਹੋ ਸਕਦਾ ਕਿਸੇ ਨੂੰ ਨਾ ਪਸੰਦ ਹੋਵੇ, ਕੋਈ ਨਾ ਹੋਵੇ। ਨਾ ਪਸੰਦ ਹੋਣਾ ਤੇ ਰੱਦ ਕਰਨਾ, ਵਿਰੋਧੀ ਹੋਣ ਦਾ ਮਤਲਬ ਦੁਸ਼ਮਣ ਹੋਣਾ ਨਹੀਂ ਹੁੰਦਾ। ਵਿਰੋਧੀ ਹੋ ਸਕਦਾ ਤੁਹਾਡਾ ਕੋਈ। ਇਸ ਕਰਕੇ ਸਰਕਾਰਾਂ ਇਸੇ ਤਰੀਕੇ ਦੇ ਨਾਲ ਕਰਦੀਆਂ ਨੇ। ਇਹ ਕੋਈ ਪਹਿਲਾ ਫਨੋਮਨਾ ਨਹੀਂ, ਦੁਨੀਆ ਭਰ 'ਚ ਹੋਇਆ, ਔਰ ਬਾਕੀ ਜਿਹੜੇ ਮੁਲਕਾਂ 'ਚ ਹੋਇਆ ਤਾਂ ਹੋਰ ਸਰਕਾਰਾਂ ਨੇ ਕਰਾਇਆ, ਮੋਦੀ ਨੇ ਤਾਂ ਕਰਾਇਆ ਨਹੀਂ। ਇਸ ਕਰਕੇ ਬਾਕੀ ਮੁਲਕਾਂ 'ਚ ਵੀ ਹੋ ਰਿਹਾ ਇਹ ਫਨੋਮਨਾ, ਬਹੁਤ ਗਲਤ ਆ। ਪਰ ਇੰਟਰਨੈਸ਼ਨਲ ਇਮੇਜ ਆ ਜਿਹੜੀ, ਮੈਂ ਅਕਸਰ ਕਹਿੰਦਾ ਨਾ, ਸਰਕਾਰਾਂ ਸਾਰਾ ਜ਼ੋਰ ਇਸ਼ਤਿਹਾਰਬਾਜ਼ੀ ਕਰਕੇ, ਬਹੁਤ ਸਾਰਾ ਕੁਝ ਕਰਕੇ ਇਸ ਗੱਲ ਦੇ ਉੱਤੇ ਲਾ ਦਿੰਦੀਆਂ ਸਾਡੀ ਇਮੇਜ ਬਣੇ ਵੀ ਅਸੀਂ ਵਧੀਆ ਬੰਦੇ ਹਾਂ। ਜੇ ਤੁਸੀਂ ਸੱਚਮੁੱਚ ਵਧੀਆ ਹੋ ਜਾਓ, ਫਿਰ ਇਹ ਕਹਿਣ ਦੀ ਕੀ ਲੋੜ ਆ ਕਿ ਤੁਸੀਂ ਵਧੀਆ ਹੋਗੇ। ਜੇ ਸੱਚਮੁੱਚ ਸਰਕਾਰ ਵਧੀਆ ਰਿਐਕਟ ਕਰੇ, ਪ੍ਰਧਾਨ ਮੰਤਰੀ ਮੋਦੀ ਇੱਕ ਵਧੀਆ ਕੰਮ ਕਰਨ, ਤਾਂ ਲੋੜ ਹੀ ਨਹੀਂ ਇਹ ਕਹਿਣ ਦੀ ਕਿ ਉਹ ਵਧੀਆ ਨੇ। ਇਸ ਕਰਕੇ ਜ਼ਰੂਰੀ ਹੈ ਕਿ ਇਹਨਾਂ ਗੱਲਾਂ ਦੇ ਅੰਦਰ ਤੇ ਬਾਹਰ ਦੋਵੇਂ ਪਾਸੇ ਬਹਿਸਾਂ ਹੋਣੀਆਂ ਚਾਹੀਦੀਆਂ ਨੇ, ਤਾਂ ਹੀ ਇਹ ਚੀਜ਼ਾਂ ਬਿਹਤਰ ਹੋ ਸਕਦੀਆਂ।